हम ना सकत कर सिफत तुम्हारी, आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਨ ਸੁਨ ਹੁਕਮ ਚੌਂਪ ਕਰ ਸਾਰੇ, ਲੱਗੇ ਕਰਾਵਨ ਕਾਰਜ ਤਿਆਰੇ। ਸ਼੍ਰੀ ਗੁਰੂ ਬ੍ਰਿਧ ਕੇ ਸੰਮਤ ਹੋਏ, ਕਨਕ ਹਕਾਰਿਓ ਨੀਕੋ ਜੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਗੁਰੂ ਚਰਨਾਂ 'ਚ ਬੈਠ ਕੇ ਹਰ ਰੋਜ਼ ਆਪ ਜੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਨੀਂਹ ਪੱਥਰ ਰੱਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਸੰਪੂਰਨ ਕਰਾਈ ਹੈ। ਉਸ ਤੋਂ ਬਾਅਦ ਮਹਾਰਾਜ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੈਠ ਕੇ ਮੀਰੀ ਪੀਰੀ ਦੀਆਂ ਤੇਗਾਂ ਕਿਵੇਂ ਧਾਰਨ ਕਰਦੇ, ਉਹ ਕਥਾ ਅੱਜ ਦੇ ਪ੍ਰਕਰਣਾਂ ਵਿੱਚ ਸਰਵਣ ਕਰੀਏ। ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਿਵਸ ਪ੍ਰਤੀਖਤ ਆਏਗੋ, ਜਿਹੜੇ ਦਿਨ ਦੀ ਉਡੀਕ ਕਰ ਰਹੇ ਸੀ ਉਹ ਦਿਨ ਆ ਗਿਆ। ਦਸਵੀਂ ਆਦਿਤਵਾਰ, ਦਸਵੀਂ ਦਾ ਦਿਨ ਸੀ, ਐਤਵਾਰ ਸੀ। ਕੰਨ ਮਸੰਦ ਕਰ ਸ਼ੀਘਰਤਾ, ਬਹੁਤ ਸਾਰੇ ਮਸੰਦਾਂ ਨੇ ਛੇਤੀ ਨਾਲ ਸਾਰਾ ਕੁਝ ਠੀਕ ਠਾਕ ਸੁਧਾਰ ਕੇ ਰੱਖ ਦਿੱਤਾ। ਸੰਗਤ ਸੰਗ ਹਜ਼ਾਰ, ਹਜ਼ਾਰਾਂ ਹੀ ਸੰਗਤਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੀਵਾਨ 'ਚ ਹਾਜ਼ਰੀਆਂ ਭਰਨ ਲਈ ਆ ਗਈਆਂ। ਜਾਓ ਪਈ ਚਲੋ ਪਿਖ ਹੈ ਉਤਸਾਹ ਬਿਸਾਲਾ, ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਨੇ ਮਸੰਦਾਂ ਦੇ ਨਾਲ ਆਈਆਂ ਨੇ ਵੀ ਚਲੋ ਚਲੀਏ ਅੰਮ੍ਰਿਤਸਰ, ਬੜਾ ਵੱਡਾ ਉਤਸਵ ਹੋਣਾ, ਬੜਾ ਉਤਸ਼ਾਹ ਹੋਣਾ। ਚੱਲ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰੀਏ। ਜਿਤ ਕਿਤ ਤੇ ਆਏ ਤਤਕਾਲਾ, ਜਿੱਥੋਂ ਕਿੱਥੋਂ ਦੂਰੋਂ ਦੂਰੋਂ ਚੱਲ ਕੇ ਸਿੱਖ ਸ੍ਰੀ ਅੰਮ੍ਰਿਤਸਰ ਆਉਣ ਲੱਗੇ ਹਨ। ਅਨੇਕ ਭਾਂਤ ਕੀ ਲਏ ਅਕੋਰਾ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਵਸਤੂਆਂ ਲੈ ਕੇ ਆਏ ਹਨ। ਚੌਹਦਸ਼ ਤੇ ਚਲ ਗੁਰਪੁਰ ਓਰਾ, ਚਾਰੇ ਪਾਸਿਓਂ ਗੁਰੂ ਦੀ ਨਗਰੀ ਵੱਲ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਤੁਰੇ ਆਉਂਦੇ ਨੇ। ਉੱਤਰ ਤੋਂ, ਦੱਖਣ ਤੋਂ, ਪੂਰਬ ਤੋਂ, ਪੱਛਮ ਤੋਂ ਚਾਰੇ ਪਾਸਿਓਂ ਸੰਗਤਾਂ ਆ ਰਹੀਆਂ ਨੇ ਅੰਮ੍ਰਿਤਸਰ। ਬਰਹਿ ਸੁਦਾਸਰ ਦਰਸ਼ਨ ਪਾਵੈ, ਅੰਮ੍ਰਿਤਸਰ ਆ ਵੜਦੇ ਨੇ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੇ ਦਰਸ਼ਨ ਕਰਦੇ ਨੇ। ਮਜਹਿ ਕੀਰਤਨ ਸੁਨ ਹਰ ਖਾਵੈ, ਔਰ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ ਤੇ ਹਰਿਮੰਦਰ ਸਾਹਿਬ ਕੀਰਤਨ ਸੁਣ ਕੇ ਖੁਸ਼ ਹੁੰਦੇ ਨੇ ਸਿੱਖ। ਸੰਗਤ ਮਿਲੀ ਆਨ ਸਮਦਾਈ, ਬੜੀਆਂ ਸੰਗਤਾਂ ਸਾਰੇ ਪਾਸਿਓਂ ਇਕੱਠੀਆਂ ਹੋ ਗਈਆਂ ਹਨ। ਜੈ ਜੈਕਾਰ ਕਰਹਿ ਬਹੁ ਥਾਈ, ਔਰ ਸਾਰੇ ਪਾਸਿਓਂ ਆਈਆਂ ਹੋਈਆਂ ਸੰਗਤਾਂ ਗੁਰੂ ਦੇ ਜੈਕਾਰੇ ਲਾਉਂਦੀਆਂ ਨੇ। ਜੈ ਜੈਕਾਰ ਹੋ ਰਹੀ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਂ ਦੇ ਜੈਕਾਰੇ ਲੱਗ ਰਹੇ ਨੇ। ਚੌਹਦਸ਼ ਪਰੇ ਸੁਦਾਸਰ ਡੇਰੇ, ਸ੍ਰੀ ਅੰਮ੍ਰਿਤਸਰ ਸਰੋਵਰ ਦੇ ਚਾਰੇ ਪਾਸੇ ਸੰਗਤਾਂ ਦੇ ਤੰਬੂ ਲੱਗੇ ਨੇ, ਡੇਰੇ ਪੈ ਗਏ ਨੇ। ਵੱਖਰੇ ਵੱਖਰੇ ਇਲਾਕੇ ਤੋਂ ਆਈਆਂ ਸੰਗਤਾਂ ਨੇ ਆਪਣੀਆਂ ਆਪਣੀਆਂ ਛਾਉਣੀਆਂ ਪਾ ਲਈਆਂ ਨੇ ਸਿੱਖਾਂ ਨੇ। ਦਰਸ਼ਨ ਹਿਤ ਚਿਤ ਚੌਂਪ ਬਡੇਰੇ, ਮਹਾਰਾਜ ਦੇ ਦਰਸ਼ਨਾਂ ਦੇ ਵਾਸਤੇ ਮਨ ਵਿੱਚ ਬੜੀ ਸ਼ਰਧਾ ਹੈ, ਬੜਾ ਚਾਅ ਹੈ। ਜਾਮ ਜਾਮਨੀ ਤੇ ਗੁਰ ਜਾਗੇ, ਸਾਧ ਸੰਗਤ ਜੀ ਸਵਾ ਪਹਿਰ ਰਾਤ ਰਹਿੰਦੀ ਗੁਰੂ ਹਰਗੋਬਿੰਦ ਸਾਹਿਬ ਜੀ ਜਾਗੇ ਹਨ। ਸੋਚਾ ਚਾਰ ਕਰਨ ਤਬ ਲਾਗੇ, ਅੰਮ੍ਰਿਤ ਵੇਲੇ ਦੀ ਜਿਹੜੀ ਕਿਰਿਆ ਹੈ ਜੰਗਲ ਪਾਣੀ ਇਸ਼ਨਾਨ ਪਾਣੀ ਕਰਨ ਦੀ ਸਤਿਗੁਰੂ ਕਰਨ ਲੱਗੇ ਹਨ। ਕਰ ਇਸ਼ਨਾਨ ਕੋ ਆਸਨ ਮਾਰੇ, ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠ ਗਏ ਹਨ। ਨਿਜ ਸਰੂਪ ਮਹਿ ਬ੍ਰਿਤ ਥਿਤ ਥਾਰੇ, ਚੌਂਕੜਾ ਮਾਰ ਕੇ ਆਪਣੇ ਧਿਆਨ ਵਿੱਚ ਬਿਰਤੀ ਟਿਕਾ ਕੇ ਆਪਣੇ ਆਤਮ ਸਰੂਪ ਦੇ ਵਿੱਚ ਲੀਨ ਹੋ ਗਏ ਹਨ। ਟਿਕੇ ਸੱਚ ਦਾ ਆਨੰਦ ਮਜਹਰੀ, ਸਤ ਚਿਤ ਆਨੰਦ ਜੋ ਪਰਮੇਸ਼ਰ ਦਾ ਸਰੂਪ ਹੈ, ਬ੍ਰਹਮ ਸਰੂਪ ਹੈ, ਸਤਿਗੁਰਾਂ ਦਾ ਆਪਣਾ ਸਰੂਪ ਹੈ, ਉਹ ਆਪਣੇ ਨਿਜ ਸਰੂਪ ਵਿੱਚ ਬਿਰਤੀ ਟਿਕਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਮਾਧੀ ਸਥਿਤ ਹੋ ਗਏ ਹਨ। ਲੀਨ
ਤਿਨਹੁ ਸੁਖ ਹੋਵਤ ਪੁਨ ਸਾਰੀ। ਜਦੋਂ ਦਿਨ ਚੜਿਆ ਹੈ ਸੱਚੇ ਪਾਤਸ਼ਾਹ ਜੀ ਨੇਤਰ ਖੋਲੇ ਹਨ। ਉਦੈ ਭਇਓ ਦਿਨ ਕਰ ਜਿਸ ਕਾਲੇ। ਜਦੋਂ ਸੂਰਜ ਦੀ ਰੋਸ਼ਨੀ ਧਰਤੀ ਤੇ ਪਈ ਹੈ, ਸੂਰਜ ਉਦੇ ਹੋਇਆ ਹੈ। ਪਹਿਰਿਓ ਜਾਮਾ ਜਿਸ ਗਨ ਪਾਲੇ। ਬੜਾ ਸੋਹਣਾ ਵੱਡਾ ਚੋਲਾ ਸੁੰਦਰ ਜਾਮਾ ਮਹਾਰਾਜ ਨੇ ਆਪਣੇ ਗਲ ਵਿੱਚ ਪਹਿਰਿਆ ਹੈ। ਸ਼ਬ ਉਸ਼ਨੀਕ ਸੀਸ ਪਰ ਧਾਰੀ। ਉਸ਼ਨੀਕ ਕਹਿੰਦੇ ਨੇ ਦਸਤਾਰ ਨੂੰ, ਬੜੀ ਸੋਹਣੀ ਸੁੰਦਰ ਦਸਤਾਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਸ ਤੇ ਸਜਾਈ ਹੈ। ਹਾਂਜੀ। ਜਿਗਾ ਬਦੀ ਉਪਰ ਦਤਕਾਰੀ। ਔਰ ਦੁਮਾਲਾ ਸਜਾ ਕੇ ਉਹਦੇ ਉੱਤੇ ਕਲਗੀ ਜਿਗਾ ਬੜੀ ਸੋਹਣੀ ਸਜਾਈ ਹੈ। ਕਲਗੀ ਮੁਕਤਾ ਗੁਛ ਉਜਾਲਾ। ਕਲਗੀ ਉੱਚੀ ਲਾਈ ਹੈ ਜਿਹਦੇ ਨਾਲ ਮੋਤੀਆਂ ਦੇ ਗੁੱਛੇ ਲਟਕਦੇ ਨੇ ਔਰ ਬੜਾ ਹੀ ਉਜਾਲਾ ਹੁੰਦਾ, ਬੜੇ ਹੀ ਸੋਹਣੇ ਲੱਗਦੇ ਨੇ। ਕਲਗੀ ਲਾ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ, 5 ਪਾਤਸ਼ਾਹੀਆਂ ਨੇ ਕਲਗੀ ਨਹੀਂ ਲਾਈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਸਾਦਾ ਲਿਬਾਸ, ਸੇਲੀ ਟੋਪੀ ਵਾਲਾ, ਸੰਤਾਂ ਵਾਲੀ ਬਿਰਤੀ, ਸਾਦੇ ਸਿੱਧੇ ਕੱਪੜੇ ਪਾ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ। ਛੇਵੇਂ ਜਾਮੇ 'ਚ ਰਾਜਸੀ ਠਾਠ ਕਰ ਲਿਆ। ਮਹਾਰਾਜ ਸਾਹਿਬ ਜੀ ਬੜੀ ਸੁੰਦਰ ਕਲਗੀ ਸੀਸ ਤੇ ਸਜਾਈ ਹੈ ਜੋ ਬਾਦਸ਼ਾਹੀ ਦਾ ਪ੍ਰਤੀਕ ਹੈ, ਰਾਜ ਸੱਤਾ ਦਾ ਪ੍ਰਤੀਕ ਹੈ। ਕਲਗੀ ਰਾਜੇ ਮਹਾਰਾਜੇ ਲਾਉਂਦੇ ਨੇ। ਇਹ ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ ਗੁਰੂ ਹਰਗੋਬਿੰਦ ਸਾਹਿਬ ਜੀ ਹਨ। ਮੁਖ ਮੰਡਲ ਪਰ ਕੁੰਡਲ ਝਾਲਾ। ਬੜਾ ਸੋਹਣਾ ਮੁਖ ਮੰਡਲ ਹੈ ਤੇ ਮੁਖ ਮੰਡਲ ਦੇ ਉੱਤੇ ਸਤਿਗੁਰੂ ਜੀ ਦੇ ਸੋਹਣੇ ਕੁੰਡਲ ਸ਼ੋਭਦੇ ਹਨ। ਮਾਲ ਬਿਸਾਲ ਸੁਟਾਲ ਜੇ ਮੁਕਤਾ। ਬੜੇ ਮੋਤੀ ਸੋਹਣੇ, ਬੜੇ ਆਬਦਾਰ ਮੋਤੀਆਂ ਦੀ ਮਾਲਾ ਗਲ ਵਿੱਚ ਪਾਈ ਹੈ। ਸਬਜੇ ਹੀਰਨ 400 ਯੁਕਤਾ। ਬੜੇ ਸੋਹਣੇ ਹੀਰੇ ਮੋਤੀ ਪੰਨੇ ਸਬਜੇ, ਜਿਹੜੇ 9 ਰਤਨ ਹੁੰਦੇ ਨੇ ਉਹਨਾਂ ਵਿੱਚ ਸਬਜੇ ਵੀ ਹੁੰਦੇ, ਪੁਖਰਾਜ, ਨੀਲਮ, ਮੋਤੀ, ਹੀਰਾ, ਪੰਨਾ, ਇਹ 9 ਰਤਨਾਂ 'ਚ ਗਿਣੇ ਜਾਂਦੇ। ਸੋ ਇਹੋ ਜਿਹੇ 9 ਰਤਨੇ, ਬੜੇ ਸੋਹਣੇ ਹੀਰੇ ਮੋਤੀ ਮਹਾਰਾਜ ਸਾਹਿਬ ਜੀ ਨੇ ਪਹਿਨੇ ਹਨ। ਨਵ ਰਤਨੇ ਪਹਿਰਤ ਸ਼ਬ ਪਾਏ। ਇਹ 9 ਰਤਨੇ ਅੰਗਦ ਮੋਢਿਆਂ ਤੇ ਡੋਲਿਆਂ ਤੇ ਸਜਾਏ ਨੇ, ਸ਼ੋਭਾ ਪਾਉਂਦੇ ਨੇ। ਜਨ ਨਵ ਗ੍ਰਹਿ ਤਿਸ ਕੇ ਮਿਸ ਆਏ। ਕਹਿੰਦੇ 9 ਰਤਨ ਮਾਨੋ 9 ਗ੍ਰਹਿ ਹੀ ਬਹਾਨਾ ਬਣਾ ਕੇ ਗੁਰੂ ਜੀ ਦੇ ਮੋਢਿਆਂ ਤੇ ਆ ਸਜੇ ਹੋਣ। ਅੰਗਦ ਸੁੰਦਰ ਸ਼ੋਭਤ ਜਾਹਰ। ਜਿਹੜੇ ਡੋਲਿਆਂ ਦੇ ਉੱਤੇ ਗਹਿਣਾ ਪਾਇਆ ਜਾਂਦਾ ਹੈ ਉਹਨੂੰ ਅੰਗਦ ਕਹਿੰਦੇ ਨੇ। ਪੰਜਾਬੀ 'ਚ ਆਮ ਬਹੁਤਾ ਕਹਿ ਦਿੰਦੇ ਨੇ, ਪਰ ਜਿਹੜੀ ਸ਼ਾਸਤਰੀ ਭਾਸ਼ਾ ਹੈ, ਗ੍ਰੰਥ ਹਨ, ਉਹਨਾਂ 'ਚ ਅੰਗਦ ਕਹਿੰਦੇ ਹਨ। ਆਹ ਦੋਵਾਂ ਭੁਜਦੰਡਾਂ ਦੇ ਉੱਤੇ ਸੋਨੇ ਦੇ ਅੰਗਦ ਪਾਏ ਹਨ, ਉਹਨਾਂ ਵਿੱਚ 9 ਰਤਨ ਜੜੇ ਹੋਏ ਜਗਮਗ ਜਗਮਗ ਕਰਦੇ ਹਨ। ਜਬਰ ਜੇਬ ਜਿਨ ਜਰੇ ਜਵਾਹਰ। ਬੜੀ ਸੋਹਣੀ ਉਹਨਾਂ ਦੀ ਜਬਰ ਜੇਬ ਹੈ, ਚਮਕ ਦਮਕ ਹੈ, ਜਿਨ੍ਹਾਂ 'ਚ ਜਵਾਹਰ ਜੜੇ ਹੋਏ, ਮੋਤੀ ਹੀਰੇ ਜੜੇ ਹੋਏ ਨੇ। ਕੰਕਨ ਕੰਚਨ ਕੇ ਖਚ ਹੀਰੇ। ਕਹਿੰਦੇ ਕੜੇ ਜਿਹੜੇ ਨੇ ਬੜੇ ਸੋਹਣੇ ਸੋਨੇ ਦੇ, ਜਿਨ੍ਹਾਂ 'ਚ ਹੀਰੇ ਖਚਿਤ ਕੀਤੇ ਹੋਏ ਕਾਰੀਗਰਾਂ ਨੇ ਕੋਰਦਾਰ ਸੋਹਣੇ ਕੜੇ ਪਾਏ ਹਨ ਗੁਰੂ ਸਾਹਿਬ ਜੀ ਨੇ। ਛਾਪ ਛਲਾਇਨ ਸ਼ਬ ਗੰਭੀਰੇ। ਔਰ ਛਾਪਾਂ ਛੱਲੇ ਜਿਨ੍ਹਾਂ ਦੀ ਬੜੀ ਸ਼ੋਭਾ ਹੈ। ਇਹ ਬਾਦਸ਼ਾਹੀ ਠਾਠ ਹੈ, ਇਹ ਕੋਈ ਫਕੀਰੀ ਠਾਠ ਨਹੀਂ। ਅਸੀਂ ਲੋਕ ਨਾ ਸਾਧ ਸੰਗਤ ਜੀ ਅੱਜ ਕੱਲ੍ਹ ਹਰ ਇੱਕ ਨੂੰ ਇੱਕੋ ਸੂਈ ਦੇ ਨੱਕੇ 'ਚੋਂ ਲੰਘਾਉਣ ਲੱਗ ਜਾਂਦੇ ਆ। ਇੱਥੇ ਗੱਲ ਚੱਲ ਰਹੀ ਰਾਜਸੀ ਠਾਠ ਦੀ, ਸ਼ਾਹੀ ਠਾਠ ਦੀ। ਅਤੇ ਕਈ ਮੇਰੇ ਵਰਗੇ ਵਿੱਚ ਮਰਿਆਦਾ ਦਾ ਅੜਿੱਕਾ ਡਾਹ ਲੈਂਦੇ। ਮਰਿਆਦਾ ਆਪਣੀ ਥਾਂ 'ਤੇ, ਸਾਨੂੰ ਗੁਰੂ ਸਾਹਿਬ ਨੇ ਜਿਹੜੀ ਮਰਿਆਦਾ ਦਿੱਤੀ ਉਹ ਸਰਬਲੋਹ ਦੀ ਹੈ। ਅਸੀਂ ਸਰਬਲੋਹ ਦੇ ਗਹਿਣੇ ਪਾਉਣੇ, ਸਰਬਲੋਹ ਦਾ ਕੜਾ ਪਹਿਨਣਾ, ਸਰਬਲੋਹ ਦੀ ਸ਼ਸਤਰ ਪਾਉਣੇ, ਸਾਡੀ ਮਰਿਆਦਾ ਫੌਜ ਦੀ। ਪਾਤਸ਼ਾਹ ਦੀ ਮਰਿਆਦਾ ਆਪਣੀ ਹੈ, ਉਹ ਮਰਿਆਦਾ ਤੋਂ ਵੀ ਉੱਪਰ ਹਨ। ਸੱਚੇ ਪਾਤਸ਼ਾਹ ਤਾਂ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਉਹਨਾਂ ਦੀ ਸੁੰਦਰਤਾ ਦਾ ਵਰਣਨ ਕਵੀ ਜੀ ਕਰ ਰਹੇ ਨੇ। ਇਸ ਕਰਕੇ ਬੜੇ ਸੁੰਦਰ ਗਹਿਣੇ, ਸ਼ਸਤਰ, ਬਸਤਰ, ਕਲਗੀਆਂ, ਤੋੜੇ ਮਹਾਰਾਜ ਸਾਹਿਬ ਜੀ ਸਜਾ ਰਹੇ ਨੇ। ਇਮ ਸਤਿਗੁਰ ਸ਼ੋਭਤ ਸ਼ਬ ਅੰਗ। ਆਹਾ ਮਹਾਰਾਜ ਬੜੇ ਹੀ ਸ਼ੋਭਦੇ, ਸੁੰਦਰ ਸਰੂਪ ਬੜਾ ਮਹਾਰਾਜ ਦਾ, ਕੱਦ ਕਾਠ ਬੜਾ, ਚੜ੍ਹਦੀ ਜਵਾਨੀ। ਅਤੇ ਮਹਾਰਾਜ ਸਾਹਿਬ ਜੀ
ਕਲਗੀਆਂ ਤੋੜੇ ਹੀਰੇ ਮੋਤੀ ਜਵਾਹਰਾਤ ਨੌ ਰਤਨੇ ਪਹਿਨ ਕੇ, ਅੰਗਦ ਪਹਿਨ ਕੇ, ਕੜੇ ਪਹਿਨ ਕੇ ਬਾਹਲੇ ਹੀ ਸੋਹਣੇ ਲੱਗਦੇ ਹਨ। ਵਸਤਰ ਵਿਭੂਖਨ ਉੱਤਮ ਸੰਗ, ਬੜੇ ਸੋਹਣੇ ਵਸਤਰ ਤੇ ਬੜੇ ਸੋਹਣੇ ਗਹਿਣੇ ਪਾਏ ਹਨ ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ। ਗਇਓ ਮੇਵਰੋ ਸੰਗਤ ਸਾਰੀ, ਇਧਰੋਂ ਮਹਾਰਾਜ ਦਾ ਅਰਦਾਸੀਆ ਮੇਵੜਾ ਸੰਗਤ ਦੇ ਡੇਰਿਆਂ ਵਿੱਚ ਗਿਆ ਹੈ। ਜਿੱਥੇ ਜਿੱਥੇ ਸੰਗਤਾਂ ਬੈਠੀਆਂ ਨੇ, ਅੰਮ੍ਰਿਤਸਰ ਸਰੋਵਰ ਦੇ ਕਿਨਾਰੇ ਤੇ ਤੰਬੂ ਲਾਏ ਹੋਏ ਨੇ, ਡੇਰੇ ਪਾਏ ਹੋਏ ਨੇ। ਉਹ ਵੱਖਰੀਆਂ ਵੱਖਰੀਆਂ ਡੇਰਿਆਂ ਵਿੱਚ ਬੈਠੀਆਂ ਸੰਗਤਾਂ ਦੇ ਕੋਲ ਮੇਵੜੇ ਨੇ ਜਾ ਕੇ ਖਬਰ ਦਿੱਤੀ ਹੈ। ਲੇਹੋ ਦਰਸ਼ਨ ਸੁਧ ਕੀਨ ਹਕਾਰੀ, ਬਈ ਸਾਧ ਸੰਗਤ ਜੀ, ਦੀਵਾਨ ਸਜ ਗਿਆ, ਗੁਰੂ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਨੇ ਤੇ ਆ ਜਾਓ ਦੀਵਾਨ ਵਿੱਚ। ਗੁਰੂ ਦਾ ਦੀਵਾਨ ਲੱਗਾ, ਚੱਲ ਕੇ ਦਰਸ਼ਨ ਪ੍ਰਾਪਤ ਕਰੋ। ਹਾਂਜੀ, ਜਾਕ ਦਰਸ਼ਨੀ ਪੌਰ ਅਗਾਰੀ, ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਜਿਹੜਾ ਦਰਸ਼ਨੀ ਦਰਵਾਜ਼ਾ ਹੈ, ਉਹਦੇ ਸਾਹਮਣੇ ਜਿਹੜਾ ਚੌਂਕ ਹੈ, ਖੁੱਲੀ ਥਾਂ ਹੈ, ਪਹੁੰਚੋ ਤਹ ਸਗਰੇ ਨਰ ਨਾਰੀ। ਸਾਰੇ ਉੱਥੇ ਆ ਜਾਓ। ਹਰਿਮੰਦਰ ਸਾਹਿਬ ਦੇ ਸਾਹਮਣੇ ਜਿਹੜੀ ਖੁੱਲੀ ਥਾਂ ਹੈ, ਯਾਨੀ ਜਿੱਥੇ ਅੱਜ ਕੱਲ੍ਹ ਅਕਾਲ ਤਖਤ ਸਾਹਿਬ ਹੈ, ਉੱਥੇ ਬੁਲਾਇਆ ਗਿਆ। ਸਤਿਗੁਰ ਦਰਸਹੁ ਬਾਂਛਤ ਪਾਵਹ, ਕਹਿੰਦੇ ਉੱਥੇ ਆ ਜਾਓ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰੋ। ਉੱਥੇ ਜੋ ਵੀ ਮੂੰਹ ਮੰਗੋਗੇ ਮਨ ਇੱਛਤ ਫਲ ਪ੍ਰਾਪਤ ਹੋਣਗੇ। ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਹਾਂਜੀ, ਜੋ ਆਨੀ ਗੁਰ ਕਾਰ ਚੜਾਵਹੁ, ਬਈ ਜਿਹੜੀ ਗੁਰੂ ਦੀ ਭੇਟਾ ਲੈ ਕੇ ਆਏ ਹੋ, ਆਪਣਾ ਆਪਣਾ ਦਸਵੰਧ ਉਹ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਭੇਟਾ ਕਰ ਦਿਓ। ਸੁਨ ਸੁਨ ਸੰਗਤ ਕਰ ਚਿਤ ਚਾਉ, ਇਹ ਸੁਣ ਕੇ ਸੰਗਤਾਂ ਨੂੰ ਚਾਹ ਚੜ ਗਿਆ। ਚਲੋ ਬਈ ਗੁਰੂ ਮਹਾਰਾਜ ਦਾ ਦਰਬਾਰ ਸਜ ਗਿਆ, ਛੇਤੀ ਕਰੋ, ਚੱਲ ਕੇ ਦਰਸ਼ਨ ਕਰੀਏ। ਬਸਤਰ ਵਿਭੂਖਨ ਪਹਿਰ ਸੁਹਾਉ, ਸਾਰੀਆਂ ਸੰਗਤਾਂ ਨੇ ਬੜੇ ਸੋਹਣੇ ਕੱਪੜੇ ਪਾਏ, ਸੋਹਣੇ ਗਹਿਣੇ ਪਾਏ, ਸਜ ਧਜ ਕੇ ਗੁਰੂ ਕੇ ਸਿੱਖ ਸਗਰੇ ਆਏ ਥਿਰੇ ਤਿਸ ਥਾਨ। ਸਤਿਗੁਰਾਂ ਦੇ ਦਰਬਾਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਦਰਸ਼ਨੀ ਡਿਊਟੀ ਦੇ ਕੋਲ, ਅੱਜ ਕੱਲ੍ਹ ਜਿੱਥੇ ਅਕਾਲ ਤਖਤ ਸਾਹਿਬ ਦਾ ਵਿਹੜਾ ਹੈ, ਇੱਥੇ ਇਕੱਠ ਹੋਣਾ ਸ਼ੁਰੂ ਹੋ ਗਿਆ। ਹਾਂਜੀ, ਚਾਹਤ ਦੇਹ ਦਰਸ ਗੁਰ ਆਨ, ਸਾਰੀਆਂ ਸੰਗਤਾਂ ਚਾਹੁੰਦੀਆਂ ਵੀ ਮਹਾਰਾਜ ਆਉਣ, ਛੇਵੇਂ ਪਾਤਸ਼ਾਹ ਆ ਕੇ ਸਾਨੂੰ ਦਰਸ਼ਨ ਦੇਣ, ਅਸੀਂ ਆਪਣੇ ਗੁਰਦੇਵ ਦੇ ਦਰਸ਼ਨ ਕਰੀਏ। ਇਤਨੇ ਮਹਿ ਸ਼੍ਰੀ ਹਰਿ ਗੋਬਿੰਦ, ਜਦੋਂ ਦੀਵਾਨ ਭਰ ਗਿਆ, ਸੰਗਤਾਂ ਜੁੜ ਗਈਆਂ, ਬਹੁਤ ਇਕੱਠ ਹੋ ਗਿਆ, ਹਜ਼ਾਰਾਂ ਸੰਗਤਾਂ ਇਕੱਠ ਹੋ ਗਿਆ। ਇਤਨੇ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹਨ। ਆਏ ਬਨ ਕੈ ਸ਼ੈਲ ਬਿਲੰਦ, ਬੜੇ ਸ਼ੈਲ ਸ਼ਬੀਲੇ ਸੁੰਦਰ ਸਰੂਪ ਮਹਾਰਾਜ ਸਜੇ ਧਜੇ ਹੋਏ, ਬੜੇ ਬੜੇ ਕੀਮਤੀ ਕੱਪੜੇ ਤੇ ਬੜੇ ਕੀਮਤੀ ਕਲਗੀਆਂ ਤੋੜੇ ਗਹਿਣੇ ਪਹਿਨੇ ਹੋਏ, ਰਾਜਿਆਂ ਮਹਾਰਾਜਿਆਂ ਵਾਲਾ ਸਰੂਪ ਬਣਾ ਕੇ ਆਏ ਨੇ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਸੱਚੇ ਪਾਤਸ਼ਾਹ ਜੀ ਆਏ ਨੇ। ਹਾਂਜੀ, ਸਿੱਖਿਆ ਚੱਖ ਚਕੋਰ ਕੇ ਚੰਦ, ਆਹਾ ਮਹਾਰਾਜ ਚੰਦ ਚਕੋਰ ਪ੍ਰੀਤ ਹੈ। ਮਹਾਰਾਜ ਸਾਹਿਬ ਜੀ ਇਉਂ ਹਨ ਜਿਵੇਂ ਚੰਦਰਮਾ ਹੁੰਦੇ ਤੇ ਸਿੱਖਾਂ ਦੇ ਨੇਤਰ ਇਉਂ ਹਨ ਜਿਵੇਂ ਚਕੋਰ ਦੀਆਂ ਅੱਖਾਂ ਹੁੰਦੀਆਂ। ਹਾਂਜੀ, ਦਿਨ ਕਰ ਮਨਹੁ ਬਦਨ ਅਰਬਿੰਦ, ਇਸ ਤਰ੍ਹਾਂ ਮਹਾਰਾਜ ਦਾ ਸਰੂਪ ਹੈ ਜਿਵੇਂ ਸੂਰਜ ਹੁੰਦਾ ਤੇ ਸੰਗਤਾਂ ਦੀਆਂ ਅੱਖਾਂ ਇਉਂ ਨੇ ਜਿਵੇਂ ਕਮਲ ਦੇ ਫੁੱਲ ਹੁੰਦੇ। ਸੂਰਜ ਨੂੰ ਵੇਖ ਕੇ ਕਮਲ ਦੇ ਫੁੱਲ ਖਿੜ ਜਾਂਦੇ ਨੇ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸੰਗਤਾਂ ਦੇ ਨੇਤਰ ਖਿੜ ਗਏ ਹਨ। ਹਾਂਜੀ, ਚਿਤ ਚਾਤਰਿਕ ਕੇ ਕੰਨ ਮਾਨੰਦ, ਜਿਵੇਂ ਚਾਤਰਿਕ ਬਬੀਹਾ ਸਵੰਤੀ ਬੂੰਦ ਨੂੰ ਵੇਖ ਕੇ ਖੁਸ਼ ਹੁੰਦਾ, ਪ੍ਰਾਪਤ ਕਰਕੇ ਤ੍ਰਿਪਤ ਹੁੰਦਾ। ਮਹਾਰਾਜ ਦੇ ਦਰਸ਼ਨ ਕਰਕੇ ਸੰਗਤਾਂ ਇਉਂ ਤ੍ਰਿਪਤ ਹੋ ਗਈਆਂ ਹਨ। ਬੰਦਤ ਕਰ ਬੰਦ ਹੈ ਨਰ ਬ੍ਰਿੰਦ, ਮੱਥਾ ਟੇਕਦੀਆਂ ਸੰਗਤਾਂ ਹੱਥ ਜੋੜ ਜੋੜ ਕੇ। ਫਰਸ਼ ਵਿਸਾਲ ਭਇਓ ਰੰਗਦਾਰ, ਬੜਾ ਸੋਹਣਾ ਰੰਗਦਾਰ ਵਸਤਰ, ਬੜੇ ਸੋਹਣੇ ਗਲੀਚੇ, ਸੋਹਣੀਆਂ ਦਰੀਆਂ,
ਕਾਲੀਨ ਵਿਛੇ ਹੋਏ ਨੇ। ਸੰਗਤਾਂ ਦੇ ਬੈਠਣ ਵਾਸਤੇ ਅਕਾਲ ਤਖਤ ਦੇ ਸਾਹਮਣੇ ਜਗ੍ਹਾ ਪੱਧਰੀ ਕੀਤੀ। ਉਦੋਂ ਕੱਚੀ ਹੁੰਦੀ ਸੀ, ਅੱਜ ਕੱਲ੍ਹ ਤਾਂ ਸੰਗੇ ਮਰ ਲੱਗਾ ਹੋਇਆ ਹੈ। ਜਦੋਂ ਦੀ ਇਹ ਗੱਲ ਹੈ ਉਦੋਂ ਨਵਾਂ ਹੀ ਸੀ ਅਜੇ ਕੰਮ, ਇਸ ਕਰਕੇ ਪੱਕੀ ਥਾਂ ਨਹੀਂ ਸੀ, ਕੱਚੀ ਥਾਂ ਸੰਗਤਾਂ ਨੇ ਪੱਧਰ ਕਰਕੇ ਤੇ ਉਹਦੇ ਉੱਤੇ ਬੜੇ ਸੋਹਣੇ ਗਲੀਚੇ ਕਾਲੀਨ ਵਿਛਾਏ ਹੋਏ ਸਨ। ਹਾਂਜੀ, ਗੁਰ ਕੋ ਰਚਿਓ ਸਿੰਘਾਸਨ ਚਾਰ। ਮਹਾਰਾਜ ਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਸਿੰਘਾਸਣ ਬੜਾ ਸੁੰਦਰ ਰਚਿਆ ਹੈ। ਹਾਂਜੀ, ਬ੍ਰਿਧ ਗੁਰਦਾਸ ਬਾਮ ਅਰਦਾਏ। ਕਹਿੰਦੇ ਭਾਈ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸੱਜੇ ਖੱਬੇ, ਬਾਬਾ ਬੁੱਢਾ ਜੀ ਸੱਜੇ ਪਾਸੇ ਤੇ ਭਾਈ ਗੁਰਦਾਸ ਜੀ ਖੱਬੇ ਪਾਸੇ ਬੈਠੇ ਹਨ। ਅਪਰ ਮਸੰਦ ਸਿੱਖ ਸਮੁਦਾਏ। ਬਾਕੀ ਗੁਰੂ ਘਰ ਦੇ ਮਸੰਦ ਸਿੱਖ ਜਿਹੜੇ ਨੇ ਉਹ ਵੀ ਆਪਣੇ ਆਪਣੇ ਦਰਜੇ ਦੇ ਮੁਤਾਬਕ ਖੜੇ ਹਨ। ਨਿਜ ਮਹਿਲਨ ਤੇ ਚੱਲ ਕਰ ਆਏ। ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਕੇ ਮਹਿਲਾਂ ਤੋਂ ਚੱਲੇ ਨੇ, ਨਾਲ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਵਰਗੇ ਮੁਖੀ ਸਿੱਖਾਂ ਦੇ ਮਸੰਦਾਂ ਨੂੰ ਲੈ ਕੇ ਆਏ ਨੇ। ਪਾਰ ਦਰਸ਼ਨੀ ਸੀਸ ਨਿਵਾਏ। ਔਰ ਦਰਸ਼ਨੀ ਦਿਉੜੀ ਤੇ ਆ ਕੇ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਮੱਥਾ ਟੇਕਿਆ ਹੈ। ਪੁਨ ਹਰ ਮੰਦਰ ਸੁੰਦਰ ਗਏ। ਫਿਰ ਸ੍ਰੀ ਹਰਿਮੰਦਰ ਸਾਹਿਬ ਵੱਲ ਗਏ ਹਨ। ਦਰਸ਼ਨ ਲੈ ਅਬ ਬੰਧਨ ਕੇ। ਕਹਿੰਦੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਹਨ, ਮੱਥਾ ਟੇਕਿਆ ਹੈ। ਪੁਨ ਹੈ ਪ੍ਰਦਰਸ਼ਨ ਕਰ ਚੱਲ ਆਏ। ਫਿਰ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਕਰਕੇ ਬਾਹਰ ਆ ਗਏ ਹਨ। ਥਲ ਅਕਾਲ ਬੁੰਗੇ ਥਿਤ ਪਾਏ। ਜਿੱਥੇ ਅੱਜ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਹੈ, ਅਕਾਲ ਬੁੰਗਾ ਹੈ। ਸ੍ਰੀ ਅਕਾਲ ਬੁੰਗਾ ਪਹਿਲਾ ਨਾਮ ਹੈ ਤਖਤ ਸਾਹਿਬ ਦਾ। ਪਹਿਲੇ ਗ੍ਰੰਥਾਂ 'ਚ ਲਿਖਿਆ ਹੁੰਦਾ ਸੀ ਤਖਤ ਸ੍ਰੀ ਅਕਾਲ ਬੁੰਗਾ ਜੀ। ਹੁਣ ਆਪਾਂ ਸਤਿਕਾਰ ਨਾਲ ਕਹਿ ਦਿੰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ, ਗੱਲ ਇੱਕੋ ਹੀ ਹੈ। ਸੋ ਉਸੇ ਥਾਂ ਨੂੰ ਹੀ ਅਕਾਲ ਤਖਤ ਕਹਿੰਦੇ ਨੇ, ਉਸੇ ਨੂੰ ਅਕਾਲ ਬੁੰਗਾ ਕਹਿੰਦੇ ਨੇ। ਇਸ ਤਖਤ ਸ੍ਰੀ ਅਕਾਲ ਬੁੰਗੇ ਤੇ ਆ ਗਏ ਮਹਾਰਾਜ ਛੇਵੇਂ ਪਾਤਸ਼ਾਹ ਜੀ। ਹਾਂਜੀ, ਬੈਠੇ ਆਨ ਸਿੰਘਾਸਨ ਚਾਰੂ। ਬੜੇ ਸੋਹਣੇ ਸਿੰਘਾਸਣ ਤੇ ਗੁਰੂ ਹਰਗੋਬਿੰਦ ਸਾਹਿਬ ਤਖਤ ਤੇ ਆ ਬਿਰਾਜੇ ਹਨ। ਸ਼੍ਰੀ ਮੁਖ ਆਏ ਸਕੀਨ ਉਚਾਰੂ। ਉਸ ਵੇਲੇ ਆਪਣੇ ਸੁਭਾਏਮਾਨ ਸੁੰਦਰ ਮੁਖ ਤੋਂ ਸੱਚੇ ਪਾਤਸ਼ਾਹ ਜੀ ਬੋਲੇ ਹਨ। ਅਨਹੁ ਸ਼ਸਤਰ ਜੋ ਹਮ ਬਨਵਾਏ। ਮਹਾਰਾਜ ਕਹਿੰਦੇ ਬਈ ਸਿੱਖਾਂ ਨੂੰ ਹੁਕਮ ਦਿੱਤਾ ਮਸੰਦਾਂ ਨੂੰ, ਜਿਹੜੇ ਅਸੀਂ ਸ਼ਸਤਰ ਬਣਵਾਏ ਨੇ ਉਹ ਲੈ ਕੇ ਆਓ। ਜਿਨ ਕੈ ਹਾਟਕ ਅਦਕ ਲਗਾਏ। ਜਿਨ੍ਹਾਂ ਸ਼ਸਤਰਾਂ ਦੇ ਮੁੱਠਿਆਂ ਦੇ ਉੱਤੇ ਤਲਵਾਰਾਂ ਦੇ ਉੱਤੇ ਸੋਨੇ ਦੀ ਕਢਾਈ ਕੱਢੀ ਹੋਈ ਹੈ। ਹਾਂਜੀ, ਦੌਰਤ ਦਾਸ ਉਤਾਇਲ ਲਿਆਏ। ਸੇਵਾਦਾਰ ਦੌੜ ਕੇ ਗਏ ਨੇ। ਬੜੀਆਂ ਸੋਹਣੀਆਂ ਰਕੇਬਾਂ ਦੇ ਵਿੱਚ ਵੱਡੇ ਵੱਡੇ ਥਾਲ, ਉਹਨਾਂ ਦੇ ਵਿੱਚ ਮੀਰੀ ਪੀਰੀ ਦੀਆਂ 2 ਤਲਵਾਰਾਂ ਰੱਖੀਆਂ ਹੋਈਆਂ ਨੇ। ਉਹ ਬੜੀ ਆਲਾ ਦਰਜੇ ਦੀਆਂ ਬਣੀਆਂ ਸੁੰਦਰ ਤਲਵਾਰਾਂ ਲੈ ਕੇ ਆਏ ਨੇ। ਤਰੇ ਅਗਾਰੀ ਸਭ ਸਮੁਦਾਏ। ਉਹ ਤਲਵਾਰਾਂ ਤੇ ਹੋਰ ਸ਼ਸਤਰ ਲਿਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਰੱਖ ਦਿੱਤੀਆਂ ਨੇ। ਪੰਚੋ ਸਤਿਗੁਰ ਕੋ ਲੈ ਨਾਮ। 5 ਪਾਤਸ਼ਾਹੀਆਂ ਦਾ ਨਾਮ ਲੈ ਕਰਕੇ ਗਹੇ ਖੜਗ ਦਵੈ ਬਹੁ ਅਬਿਰਾਮ। ਉਹਨਾਂ ਵਿੱਚੋਂ 2 ਬੜੀਆਂ ਸੋਹਣੀਆਂ ਮੀਰੀ ਔਰ ਪੀਰੀ ਦੀਆਂ 2 ਤੇਗਾਂ ਚੁੱਕੀਆਂ ਹਨ। ਸੋ ਗਰ ਬਿਖੈ ਪਾਏ ਗੁਰ ਲੀਨੇ। ਮਹਾਰਾਜ ਜੀ ਨੇ ਇਹ 2 ਤਲਵਾਰਾਂ ਆਪਣੇ ਗਲ ਵਿੱਚ ਪਹਿਨ ਲਈਆਂ ਹਨ। ਪੁੰਨ ਨਿਖੰਗ ਕਰ ਧਾਰਨ ਕੀਨੇ। ਫਿਰ ਸਾਧ ਸੰਗਤ ਜੀ ਮਹਾਰਾਜ ਨੇ ਭਰੇ ਹੋਏ ਦੀਵਾਨ ਦੇ ਵਿੱਚ ਸੰਗਤਾਂ ਦੇ ਸਾਹਮਣੇ ਤੀਰਾਂ ਦਾ ਭੱਥਾ ਲੈ ਕੇ ਆਪਣੇ ਮੋਢੇ ਤੇ ਸਜਾਇਆ ਹੈ। ਗਰ ਮਹਿ ਪਾਏ ਸੋ ਕਟ ਸੰਗ ਬਾਂਦਾ। ਗਲ ਵਿੱਚ ਪਾ ਕੇ ਪਿਛਲੇ ਪਾਸਿਓਂ ਦੀ ਉਹਦੀ ਬੈਲਟ ਦੇ ਨਾਲ ਕਮਰ ਕਸਾ ਬੰਨ੍ਹ ਲੈ, ਲੱਕ ਨੂੰ ਲਾ ਲਈ ਹੈ। ਜੋ ਭੱਥਾ ਹੈ ਉਹਦੀ ਬੈਲਟ ਕੱਸ ਲਈ ਹੈ। ਜਿਸ ਮਹਿ ਸਾਰੇ ਖਾਰੇ ਕਰ ਅਰਬਾਦਾ। ਇਸ ਭੱਥੇ 'ਚ ਬੜੇ ਬੜੇ ਤੀਖੇ ਤੀਰ ਹਨ, ਜਿਹੜੇ ਵੈਰੀਆਂ ਦੀਆਂ ਛਾਤੀਆਂ ਚੀਰ ਸੁੱਟਣਗੇ। ਧਨੁਖ ਕਠੋਰ ਗਹਿਓ ਤਬ ਹਾਥ। ਫਿਰ 9 ਟੰਕਾ ਭਾਰੀ ਕਠੋਰ ਧਨੁਸ਼ ਆਪਣੇ ਹੱਥ ਵਿੱਚ ਪਕੜ ਲਿਆ ਹੈ। ਉਪਮਾ ਬਣੀ ਜਥਾ ਰਘੁਨਾਥ। ਆਹਾ, ਜਿਵੇਂ ਸ੍ਰੀ ਰਾਮਚੰਦਰ ਜੀ ਮਹਾਰਾਜ ਤ੍ਰੇਤੇ ਯੁੱਗ ਦੇ ਵਿੱਚ ਸ਼ਸਤਰ ਧਾਰੀ ਸਨ, ਅੱਜ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਛੇਵੇਂ ਪਾਤਸ਼ਾਹ ਮਹਾਰਾਜ ਵੀ ਸ਼ਸਤਰ ਧਾਰੀ ਹੋ ਗਏ ਹਨ। ਰਚਿਓ ਤਖਤ ਤਿਸ ਬੰਧਨ ਕੀਨ। ਆ ਜਿਹੜਾ ਤਖਤ ਰਚਿਆ ਸੀ
ਸ੍ਰੀ ਅਕਾਲ ਬੁੰਗਾ ਉਹਨੂੰ ਮੱਥਾ ਟੇਕਿਆ ਹੈ ਜੜ ਗੁਰ ਬੀਰਾਸਨ ਆਸੀਨ। ਤੇ ਉਸ ਤਖਤ ਤੇ ਬਹਿ ਕੇ ਉੱਠ ਕੇ ਮਹਾਰਾਜ ਉੱਪਰ ਚੜ੍ਹੇ ਹਨ ਤੇ ਵੀਰ ਆਸਣ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਗਏ ਹਨ। ਬ੍ਰਿਧ ਆਦਿਕ ਗੁਰਦਾਸ ਮਸੰਦ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਆਦਿਕ ਜਿਹੜੇ ਗੁਰੂ ਘਰ ਦੇ ਮਸੰਦ ਹਨ, ਅਵਲੋਕਤ ਬਿਸਮਾਏ ਬਿਲੰਦ। ਸਾਰੇ ਮਸੰਦ ਤੇ ਮਹਾਂਪੁਰਸ਼ ਸਭ ਵੇਖ ਕੇ ਆਸ਼ਚਰਜ ਵਿੱਚ ਬਿਸਮਾਦ ਵਿੱਚ ਆ ਗਏ ਹਨ। ਹਾਥ ਜੋੜ ਕਰ ਬੂਝਨ ਲਾਗੇ। ਹੱਥ ਜੋੜ ਕੇ ਪੁੱਛਣ ਲੱਗੇ ਹਨ, ਤਰਹਿ ਖੜਗ ਇੱਕ ਜੇ ਪਟ ਆਗੇ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਵਰਗੇ ਸਿੱਖ ਹੱਥ ਜੋੜ ਕੇ ਪੁੱਛਦੇ, ਹੇ ਸੱਚੇ ਪਾਤਸ਼ਾਹ ਜੀ, ਅੱਗੇ ਜਿਹੜੇ ਯੋਧੇ ਹੁੰਦੇ ਸੀ ਇੱਕ ਤਲਵਾਰ ਪਹਿਨਦੇ ਸੀ। ਜਿੰਨੇ ਯੋਧੇ ਹੋਏ ਨੇ ਸ੍ਰੀ ਰਾਮਚੰਦਰ ਜੀ ਤੋਂ ਲੈ ਕੇ ਪੁਰਾਤਨ ਗਾਤਰੇ ਤਲਵਾਰ ਤਾਂ ਪਹਿਨਦੇ ਸੀ, ਪਰ ਇੱਕ ਪਹਿਨਦੇ ਸੀ। ਹਾਂਜੀ, ਦੋਏ ਆਪ ਲੈ ਨਿਜ ਘਰ ਪਾਏ। ਆਪ ਜੀ ਨੇ ਦੋ ਕਿਉਂ ਧਾਰਨ ਕੀਤੀਆਂ? ਆਪ ਜੀ ਨੇ ਦੋ ਪਾ ਲਈਆਂ ਗਲ ਦੇ ਵਿੱਚ ਇੱਕੋ ਵਾਰੀ। ਵੱਡੀਆਂ ਤੇਗਾਂ ਗਾਤਰੇ 'ਚ ਦੋ ਸਜਾਈਆਂ ਹਨ। ਇਹ ਕਿਆ ਕਾਰਨ ਦੇਹੁ ਸੁਨਾਏ। ਇਹ ਮਹਾਰਾਜ, ਇਹਦਾ ਕੀ ਕਾਰਨ ਹੈ? ਇਹ ਸ਼ੰਕਾ ਦੂਰ ਕਰੋ ਵੀ ਆਪ ਜੀ ਨੇ ਪਹਿਲੇ ਰਾਜੇ ਮਹਾਰਾਜੇ ਸੂਰਬੀਰ ਬਹਾਦਰ ਯੋਧੇ ਅਵਤਾਰ ਬਹੁਤ ਹੋਏ ਨੇ, ਇੱਕ ਤਲਵਾਰ ਗਾਤਰੇ ਪਾਉਂਦੇ, ਇੱਕ ਸ੍ਰੀ ਸਾਹਿਬ, ਤੁਸੀਂ ਦੋ ਕਿਉਂ ਪਾਈਆਂ? ਇਹ ਨਹੀਂ ਸਮਝ ਆਈ। ਤਰੇ ਤੇਜ ਸਤਿਗੁਰ ਬਚ ਕਹੇ। ਮਹਾਬਲੀ ਤੇਜਸਵੀ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਵਜਦ ਵਿੱਚ, ਬੜੇ ਜਾਹੋ ਜਲਾਲ ਵਿੱਚ ਆ ਕੇ ਕਹਿਣ ਲੱਗੇ, ਹਮਨੇ ਇਸ ਹਿਤ ਜੁਗ ਅਸ ਗਹੇ। ਮਹਾਰਾਜ ਕਹਿੰਦੇ, ਖਾਲਸਾ ਸੰਗਤ ਜੀ, ਬਾਬਾ ਜੀ, ਭਾਈ ਗੁਰਦਾਸ ਜੀ, ਇਹਦਾ ਕਾਰਨ ਅਸੀਂ ਤੁਹਾਨੂੰ ਦੱਸਦੇ ਹਾਂ। ਜੋ ਅਸੀਂ ਦੋ ਤੇਗਾਂ ਪਾਈਆਂ ਹਨ, ਇੱਕ ਤੇ ਲੈ ਮੀਰਨ ਕੀ ਮੀਰੀ। ਇੱਕ ਤਲਵਾਰ ਅਸੀਂ ਮੀਰੀ ਦੀ ਪਾਈ ਹੈ, ਮੀਰੀ ਦੀ। ਇਸ ਦੇ ਨਾਲ ਅਸੀਂ ਮੀਰਾਂ ਦੀ ਮੀਰੀ ਖੋਹ ਲੈਣੀ ਹੈ। ਇੱਕ ਤੇ ਲੈ ਮੀਰਨ ਕੀ ਮੀਰੀ, ਇਹ ਜਿਹੜੀ ਮੀਰੀ ਹੈ ਨਾ, ਬਾਦਸ਼ਾਹੀ, ਰਾਜ ਸੱਤਾ, ਤਾਕਤ, ਰਾਜ ਭਾਗ, ਇਹ ਲੈਣਾ ਅਸੀਂ ਹੁਣ। ਹਾਂਜੀ, ਦੂਸਰ ਤੇ ਪੀਰਨ ਕੀ ਪੀਰੀ। ਤੇ ਦੂਜੀ ਤਲਵਾਰ ਹੈ ਪੀਰੀ ਦੀ, ਉਹਦੇ ਨਾਲ ਪੀਰਾਂ ਦੀ ਪੀਰੀ ਖੋਹ ਲਾਂਗੇ। ਹਾਂਜੀ, ਮੀਰੀ ਪੀਰੀ ਦੋਨੋਂ ਧਰਾਂ। ਇਹ ਮੀਰੀ ਪੀਰੀ ਧਾਰਨ ਕਰਾਂਗੇ। ਸਾਡੇ ਕੋਲ ਭਗਤੀ ਵੀ ਹੈ, ਸਾਡੇ ਕੋਲ ਸ਼ਕਤੀ ਵੀ ਹੈ। ਅਸੀਂ ਸੰਤ ਵੀ ਹਾਂ, ਅਸੀਂ ਸਿਪਾਹੀ ਵੀ ਹਾਂ। ਸਾਡੇ ਕੋਲ ਸ਼ਾਂਤੀ ਵੀ ਹੈ, ਸਾਡੇ ਕੋਲ ਕ੍ਰਾਂਤੀ ਵੀ ਹੈ। ਸਾਰਾ ਕੁਝ ਇਕੱਠਾ ਰਹੇਗਾ। ਮੀਰੀ ਤੇ ਪੀਰੀ ਦੇ ਮਾਲਕ ਕਹਾਵਾਂਗੇ। ਹਾਂਜੀ, ਬਚਹਿ ਸ਼ਰਨ ਨਤ ਜੁਗ ਪਰ ਹਰੈ। ਜਿਹੜਾ ਸ਼ਰਨ ਪਏਗਾ ਉਹਦੀ ਰੱਖਿਆ ਕਰਾਂਗੇ, ਜਿਹੜਾ ਅੜੇਗਾ ਉਹ ਝੜੇਗਾ, ਜੋ ਸ਼ਰਨ ਪਰੇਗਾ ਸੋ ਤਰੇਗਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਹੁਣ ਮੀਰਾਂ ਦੀ ਮੀਰੀ ਤੇ ਪੀਰਾਂ ਦੀ ਪੀਰੀ ਖੋਲਾਂਗੇ। ਹਾਂਜੀ, ਸੁਨ ਸਤਿਗੁਰ ਕੇ ਬਾਕ ਅਡੋਲੇ। ਇਹ ਅਡੋਲ ਬਚਨ ਸਨ, ਨਿਰਭੈ ਮਹਾਬਲੀ ਯੋਧੇ ਸਤਿਗੁਰੂ ਦੇ ਬਚਨ ਸਨ। ਦਲ ਭੰਜਨ ਗੁਰ ਸੂਰਮਾ, ਬੜ ਯੋਧਾ ਪਰਉਪਕਾਰੀ ਪਾਤਸ਼ਾਹ ਦੇ ਬਚਨ ਸਨ। ਅਡੋਲ ਹੋ ਕੇ, ਨਿਰਭੈ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਐਲਾਨ ਹੋਇਆ ਕਿ ਅੱਜ ਤੋਂ ਬਾਅਦ ਗੁਰੂ ਮੀਰੀ ਔਰ ਪੀਰੀ ਦਾ ਮਾਲਕ ਹੋਵੇਗਾ। ਹਾਂਜੀ, ਧਰ ਸ਼ਰਧਾ ਲਹਿ ਆਨੰਦ ਅਤੋਲੇ। ਗੁਰੂ ਦੇ ਬਚਨ ਸੁਣ ਕੇ ਸ਼ਰਧਾਵਾਨ ਸਿੱਖਾਂ ਨੂੰ ਚਾਹ ਚੜ ਗਏ, ਖੁਸ਼ੀਆਂ ਚੜੀਆਂ। ਅਡੋਲ ਗੁਰੂ ਸੀ ਤੇ ਅਡੋਲ ਹੀ ਸਿੱਖ ਸਨ, ਕੋਈ ਭੈ ਨਹੀਂ ਮੰਨਿਆ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਬੜੇ ਪ੍ਰਸੰਨ ਹੋਏ। ਹਾਂਜੀ, ਬੈਠੇ ਸਤਿਗੁਰ ਤਖਤ ਸੁਹਾਵ। ਸ੍ਰੀ ਅਕਾਲ ਤਖਤ ਸਾਹਿਬ ਤੇ ਦੀਵਾਨ ਸਜ ਗਿਆ ਤੇ ਗੁਰੂ ਸਾਹਿਬ ਦੇ ਉਸ ਤਖਤ ਦੇ ਉੱਤੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ। ਹਾਂਜੀ, ਸੁਰਗਨ ਮੈਜਮ ਸੁਰਪਤ ਭਾਵ। ਕਹਿੰਦੇ ਜਿਵੇਂ ਸਵਰਗ ਦੇਵਤਿਆਂ ਦੇ ਵਿੱਚ ਦੇਵਤਿਆਂ ਦਾ ਰਾਜਾ ਇੰਦਰ ਬੈਠਾ ਹੋਵੇ, ਜਾਂ ਜਿਵੇਂ ਦੇਵਤਿਆਂ ਦਾ ਗੁਰੂ ਬੈਠਾ ਹੋਵੇ, ਜਾਂ ਭਗਵਾਨ ਵਿਸ਼ਨੂੰ ਜੀ ਬੈਠੇ ਹੋਣ, ਇੱਦਾਂ ਮਹਾਰਾਜ ਸਾਹਿਬ ਜੀ ਦੀ ਸ਼ੋਭਾ ਹੈ। ਹਾਂਜੀ, ਕੈ ਮਨ ਗਨ ਮੈਂ ਰਗ ਕੁਲ ਚੰਦ। ਇੱਦਾਂ ਲੱਗਦਾ ਜਿਵੇਂ ਮੁਨੀਆਂ ਦੇ ਵਿੱਚ ਸ੍ਰੀ ਰਾਮਚੰਦਰ ਜੀ ਸ਼ੋਭਦੇ ਸਨ। ਹਾਂਜੀ, ਕੈ ਯਾਦਵ ਮਹਿ ਕ੍ਰਿਸ਼ਨ ਬਿਲੰਦ। ਜਾਂ ਯਾਦਵਾਂ ਦੀ ਕੁਲ ਸ੍ਰੀ ਕ੍ਰਿਸ਼ਨ ਜੀ ਸ਼ੋਭਦੇ ਸਨ। ਹੇਰ ਹੇਰ ਇਮ ਉਪਮਾ ਗਾਵ। ਕਵੀ ਜੀ ਕਹਿੰਦੇ, ਇਸ ਤਰ੍ਹਾਂ ਦਰਬਾਰ ਸਜਿਆ ਸ੍ਰੀ ਅਕਾਲ ਤਖਤ ਸਾਹਿਬ ਤੇ। ਵੇਖ ਵੇਖ ਕੇ ਬਲਿਹਾਰ ਜਾਂਦੀਆਂ ਸੰਗਤਾਂ। ਭਾਈ ਗੁਰਦਾਸ ਜੀ ਨੇ ਉਦੋਂ ਬਚਨ ਕਹੇ ਨੇ, ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਡੀਆਂ,
ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰਉਪਕਾਰੀ। ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ ਨਿਹਾਰੀ। ਅਗਮ ਅਗੋਚਰ ਸਤਿਗੁਰੂ ਬੋਲੇ, ਮੁਖ ਤੇ ਸੁਣੋ ਸੰਸਾਰੀ। ਕਲਯੁਗ ਪੀੜੀ ਸੋਢੀਆਂ, ਨੇਚਲ ਨੀਮ ਉਸਾਰ ਖਿਲਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਮਹਾਰਾਜ ਛੇਵੇਂ ਪਾਤਸ਼ਾਹ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ ਪਾਤਸ਼ਾਹ ਬੈਠੇ ਨੇ। ਹਾਂਜੀ, ਦੋਹ ਦਿਸ਼ ਚਾਮਰ ਚਾਰ ਟਰਾਵਤ। ਦੋਵੇਂ ਪਾਸੇ ਚੌਰ ਹੋ ਰਿਹਾ। ਚੌਰ ਬਰਦਾਰ ਦੋ ਚੌਰ ਲੈ ਕੇ ਖੜੇ ਨੇ, ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ। ਹਾਂਜੀ, ਮਨ ਹਮਰਾਲ ਬਿਸਤ ਉਡ ਆਵਤ। ਇਦਾਂ ਲੱਗਦਾ ਜਿਵੇਂ ਹੰਸਾਂ ਦੀ ਜੋੜੀ ਉੱਡ ਉੱਡ ਕੇ ਆਉਂਦੀ ਤੇ ਸੀਰ ਤੋਂ ਬਲਿਹਾਰ ਜਾਂਦੀ ਹੈ। ਹਾਂਜੀ, ਮੁਕਤਾ ਗਨ ਪਰ ਸ਼ੋਹਨ ਨਾ ਪਾਵਤ। ਜਿਵੇਂ ਮਹਾਰਾਜ ਦੇ ਸੀਸ ਤੇ ਮੋਤੀਆਂ ਦੇ ਗੁੱਛੇ ਨੇ, ਹੰਸ ਮੋਤੀ ਖਾਣ ਨੂੰ ਆਉਂਦੇ ਹੋਣ ਪਰ ਛੂ ਨਹੀਂ ਸਕਦੇ ਤੇ ਉੱਡ ਜਾਂਦੇ ਹਨ। ਹਾਂਜੀ, ਦੁੱਤ ਅਖੰਡ ਮੁਖ ਮੰਡਲ ਕੇ। ਮਹਾਰਾਜ ਦਾ ਮੁਖੜਾ ਬੜਾ ਸੁੰਦਰ ਹੈ, ਬੜਾ ਜਾਹੋ ਜਲਾਲ ਵਾਲਾ। ਇੰਨੀ ਸੋਭਾ ਚਿਹਰੇ ਦੀ ਹੈ ਵੀ ਨੂਰ ਝੱਲਿਆ ਨਹੀਂ ਜਾਂਦਾ, ਡੜਕਾ ਮਾਰਦਾ। ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਤੇਜ ਬਿਸਾਲ ਦੇ ਪਿਓ ਤਿਸ ਬੇਰੀ। ਬੜਾ ਤੇਜ ਪ੍ਰਤਾਪ ਉਸ ਵੇਲੇ ਚੜਿਆ, ਬੜਾ ਜਾਹੋ ਜਲਾਲ ਬਣਿਆ। ਸ੍ਰੀ ਅਕਾਲ ਤਖਤ ਤੇ ਭਰੇ ਦੀਵਾਨ ਵਿੱਚ ਛੇਵੇਂ ਪਾਤਸ਼ਾਹ ਦਾ ਨੂਰ ਝੱਲਿਆ ਨਹੀਂ ਜਾਂਦਾ। ਭਇਓ ਹੁਕਮ ਸੰਗਤ ਸਭ ਆਵੈ। ਉਸ ਵੇਲੇ ਹੁਕਮ ਹੋਇਆ ਸਭ ਸੰਗਤਾਂ ਆ ਕੇ ਦਰਸ਼ਨ ਕਰਨ। ਸਾਰੀਆਂ ਸੰਗਤਾਂ ਦਰਸ਼ਨ ਕਰਨ ਲਈ ਭੇਟਾ ਲੈ ਲੈ ਕੇ ਆਈਆਂ। ਜੋ ਜੋ ਘੋੜੇ, ਸ਼ਸਤਰ, ਖੰਡੇ, ਤੇਗੇ, ਸਰੋਈਆਂ, ਬਰਛੇ, ਭਾਲੇ, ਬੰਦੂਕਾਂ, ਤਲਵਾਰਾਂ, ਖੰਡੇ ਲੈ ਕੇ ਆਏ ਸੀ, ਢਾਲਾਂ ਲੈ ਕੇ ਆਏ ਸੀ। ਉਹ ਆਪਣੇ ਆਪਣੇ ਸ਼ਸਤਰ, ਬਸਤਰ, ਘੋੜੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੱਖਾਂ ਨੇ ਅਰਦਾਸੇ ਕਰਾਏ। ਛੇਵੇਂ ਪਾਤਸ਼ਾਹ ਨੇ ਉਸ ਵੇਲੇ ਐਲਾਨ ਕੀਤਾ, ਅੱਜ ਤੋਂ ਬਾਅਦ ਸਾਡਾ ਹੁਕਮ ਹੈ ਆਪਣੇ ਨੌਜਵਾਨ ਪੁੱਤਰਾਂ ਨੂੰ ਗੁਰੂ ਦੀ ਫੌਜ 'ਚ ਭਰਤੀ ਕਰਾਓ। ਗੁਰੂ ਵਾਸਤੇ ਚੰਗੇ ਘੋੜੇ ਤੇ ਸ਼ਸਤਰ ਲੈ ਕੇ ਆਓ, ਇਹਦੇ ਵਿੱਚ ਹੀ ਗੁਰੂ ਦੀ ਖੁਸ਼ੀ ਹੋਵੇਗੀ। ਸੋ ਇਸ ਤਰ੍ਹਾਂ ਗੁਰੂ ਸਾਹਿਬ ਦੀਆਂ ਫੌਜਾਂ ਤਿਆਰ ਹੋਈਆਂ। ਛੇਵੇਂ ਪਾਤਸ਼ਾਹ ਮਹਾਰਾਜ ਤੇ ਬਾਬਾ ਬੁੱਢਾ ਜੀ ਵਰਗੇ ਮਹਾਂਪੁਰਸ਼ਾਂ ਦਾ ਆਸ਼ੀਰਵਾਦ। ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਦਲ ਪੰਥ ਗੁਰੂ ਕੀ ਫੌਜ ਤਿਆਰ ਬਰ ਤਿਆਰ ਹੋ ਗਈ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ